ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਇਕ ਓੰਕਾਰਾ ਸਤਿਗੁਰੂ, ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਇਕ ਓੰਕਾਰਾ ਸਤਿਗੁਰੂ,
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ। ਦੋਹਰਾ ਗੋਇੰਦਵਾਲ ਸ਼ੋਭਾ ਨਿਰਖ ਸ਼ੇਖਣ ਰਚੇ ਨਿਕੇਤ। ਅਕਬਰ ਸਾਥ ਰਹਿਤ ਵਹੀ ਸਭ ਭਾਗਿਤ ਸਮੇਤ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗੋਇੰਦਵਾਲ ਸ਼ੋਭਾ ਨਿਰਖ ਸ਼ੇਖਣ ਰਚੇ ਨਿਕੇਤ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਬਿੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਸੁਭਾਈਮਾਨ ਨੇ। ਕੱਲ੍ਹ ਦੀ ਸਾਖੀ, ਕੱਲ੍ਹ ਦੇ ਪ੍ਰਸੰਗ ਵਿੱਚ ਆਪ ਜੀ ਨੇ ਜਿਵੇਂ ਸਰਵਣ ਕੀਤਾ ਸੀ, ਭਾਈ ਮਹਿਸਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਔਰ ਸਤਿਗੁਰੂ ਜੀ ਨੇ ਬਚਨ ਕਹੇ ਸਨ, ਜੇ ਸਿੱਖੀ ਧਾਰਨ ਕਰਨੀ ਬਚਨਾ ਕੁਝ ਨਹੀਂ। ਘਰ ਦੇ ਲੋਕ, ਪਿੰਡ ਦੇ ਲੋਕ ਜਿਹੜੇ ਨੇ ਹਾਸਾ ਕਰਨਗੇ, ਮਖੌਲ ਕਰਨਗੇ। ਔਰ ਭਾਈ ਮਹੇਸ਼ੇ ਦਾ ਦ੍ਰਿੜ ਵਿਸ਼ਵਾਸ ਸੀ ਕਿ ਸਤਿਗੁਰੂ ਜੀ ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਭੇ ਤੁਝੇ ਤੇ ਆਈ, ਬਸ ਸਿਮਰਨ ਹੁਣ ਤੁਹਾਡਾ ਹੀ ਹੈ, ਕੁਝ ਨਹੀਂ ਬਚਦਾ, ਕੱਲ੍ਹ ਵੀ ਨਾ ਸੁਣਾ ਅੱਜ ਹੀ ਹੋ ਜੇ। ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨੇ ਆਪਣੇ ਤਨ ਤੇ ਭੁੱਖ ਵੀ ਸਹਾਰੀ, ਸਾਰਾ ਕੁਝ ਚਲਾ ਵੀ ਗਿਆ। ਔਰ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ, ਸਤਿਗੁਰੂ ਜੀ ਨੇ ਮਨ ਦੇ ਵਿੱਚ ਵੀ ਫੁਰਨਾ ਹੀ ਬਣਾਇਆ ਹੈ ਕਿ ਭਾਈ ਮਹੇਸ਼ਿਆ ਜਾ, ਤੇਰੇ ਕੋਲ 10 ਗੁਣਾ ਵੱਧ ਹੋਵੇਗਾ। ਉਹ ਜ਼ਮੀਨ ਜਾਇਦਾਦ ਵੀ ਵਧੀ, ਇੱਜ਼ਤ ਵੀ ਵਧੀ, ਸ਼ੋਹਰਤ ਵੀ ਵਧੀ। ਔਰ ਗੁਰੂ ਸਾਹਿਬ ਜੀ ਨੇ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕੀਤਾ। ਇਸੇ ਤਰ੍ਹਾਂ ਕਹਿੰਦੇ ਨੇ ਗੋਬਿੰਦਵਾਲ ਸਾਹਿਬ ਦੇ ਵਿੱਚ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਬਹੁਤ ਹੈ। ਗੋਬਿੰਦਵਾਲ ਸਾਹਿਬ ਨਗਰੀ ਵੇਖ ਕੇ ਸੋਹਣੀ ਬਣੀ ਹੋਈ ਹੈ, ਦਰਿਆ ਦੇ ਕੰਢੇ ਉੱਤੇ ਹੈ। ਇੱਥੇ ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਝ ਸ਼ੇਖ ਨੇ, ਔਰ ਸ਼ੇਖ ਆਪ ਜੀ ਜਾਣਦੇ ਹੋ ਮੁਸਲਮਾਨਾਂ ਦੀ ਇੱਕ ਜਾਤ ਹੈ, ਕਿ ਇਹਨਾਂ ਨੇ ਉੱਥੇ ਆ ਕੇ ਘਰ ਬਣਾ ਲਏ ਕਿ ਨਗਰ ਸੋਹਣਾ ਹੈ, ਸੋਹਣੇ ਟਿਕਾਣੇ 'ਤੇ ਹੈ। ਅਕਬਰ ਸਾਥ ਰਹਿਤ ਵਹੀ ਸਭ ਭਾਇਤ ਸਮੇਤ। ਇਹ ਸਾਰੇ ਭਰਾ ਚਾਚੇ ਬਾਬਿਆਂ ਦੇ ਇਕੱਠੇ ਸਨ। ਔਰ ਅਕਬਰ ਬਾਦਸ਼ਾਹ ਦੇ ਨਾਲ ਇਹਨਾਂ ਦੀ ਚੰਗੀ ਬੈਣੀ ਉੱਠਣੀ ਸੀ, ਜਿਹਨੂੰ ਕਹਿੰਦੇ ਨਾ ਸਰਕਾਰੀ ਦਰਬਾਰੇ ਚੰਗੀ ਗੱਲਬਾਤ ਸੀ। ਗੁਰ ਸਥਾਨ ਮੰਗਲ ਬਹੁ ਹੋਵੈ, ਗਾਵਤ ਸਭ ਸਿੱਖ ਸ਼ਬਦਨ ਜੋਵੈ। ਹੁਣ ਗੁਰੂ ਘਰ ਵਿੱਚ ਗੁਰੂ ਅਸਥਾਨ ਦੇ ਤੇ ਨਿੱਤ ਮੰਗਲ ਹੁੰਦੇ ਸਨ। ਗੁਰੂ ਕੇ ਸਿੱਖ ਸ਼ਬਦਾਂ ਦਾ ਗਾਇਨ ਕਰਦੇ ਨੇ, ਸਵੇਰੇ ਸ਼ਾਮ ਦੀਵਾਨ ਸਜਦਾ ਹੈ। ਸ਼ੇਖਣ ਕੇ ਸਿਸ ਦੇਖ ਸੋ ਚਾਲੀ,
ਸਹਿ ਨ ਸਕੈ ਵਹਿ ਕਰੈ ਕੁਚਾਲੇ। ਪਰ ਇਹਨਾਂ ਸਿੱਖਾਂ ਦੇ ਕੁਝ ਬੱਚੇ ਕਿ ਜਵਾਨ ਬੱਚੇ, ਇਹ ਕਹਿ ਲਈਏ ਕਿ ਜਿਨ੍ਹਾਂ ਨੂੰ ਸ਼ਬਦ ਵਰਤਿਆ ਜਾਂਦਾ ਮੁੰਡੇ ਖੁੰਡੇ, ਉਹ ਗੁਰੂ ਘਰ ਦੀ ਇਹ ਮਹਿਮਾ ਵੇਖ ਕੇ ਉਹਨਾਂ ਨੂੰ ਪਤਾ ਨਹੀਂ ਬਰਦਾਸ਼ਤ ਹੀ ਨਹੀਂ ਹੁੰਦੀ, ਭੈੜੀਆਂ ਸ਼ਰਾਰਤਾਂ ਕਰਦੇ ਨੇ ਕਿ ਇੱਥੇ ਇੰਨੇ ਲੋਕ ਕਿਉਂ ਆਉਂਦੇ ਨੇ, ਇੰਨੇ ਰੌਣਕ ਇੱਥੇ ਕਿਉਂ ਨੇ। ਜਿਹੜੇ ਗੁਰੂ ਸਾਹਿਬ ਨੇ ਨਗਰੇ ਵਸਾਈ, ਉਹਨਾਂ ਨੂੰ ਨਗਰ ਵਿੱਚ ਵਸਣ ਦੀ ਥਾਂ ਦਿੱਤੀ, ਉਸੇ ਗੁਰੂ ਘਰ ਦੇ ਨਾਲ ਤੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਇਹ ਜਿਹੜੇ ਮੁੰਡੇ ਨੇ ਉਹ ਕੁਝ ਈਰਖਾ ਰੱਖਦੇ ਨੇ। ਨੀਰ ਭਰਨ ਕੱਟ ਲੈ ਸਿਕ ਜਾਵੇਂ, ਬਾਲ ਗੁੱਲੇ ਨਾ ਮਾਰ ਗਵਾਵੇਂ। ਸਿੱਖ ਕਿਉਂਕਿ ਪਾਣੀ ਉਦੋਂ ਘੜਿਆਂ ਦੇ ਵਿੱਚ ਆਮ ਭਰ ਕੇ ਲਿਆਂਦਾ ਜਾਂਦਾ ਸੀ, ਵੱਡੇ ਵੱਡੇ ਘੜੇ ਲੈ ਕੇ ਪਾਣੀ ਭਰਨ ਜਾਣਾ। ਔਰ ਇਹਨਾਂ ਸਿੱਖਾਂ ਦੇ ਉਹਨਾਂ ਮੁੰਡਿਆਂ ਨੇ ਲੁਕ ਕੇ ਵੀ ਤੇ ਸਾਹਮਣੇ ਸ਼ਰੇਆਮ ਹੋ ਗਈ, ਗਲੇਲਾਂ ਦੇ ਨਿਸ਼ਾਨੇ ਬੰਨਣੇ, ਘੜਿਆਂ ਨੂੰ ਮਾਰਨੇ, ਘੜੇ ਭੰਨਦੇ ਨੇ ਤੇ ਫਿਰ ਤਾੜੀਆਂ ਮਾਰ ਕੇ ਹੱਸਣਾ। ਯਾ ਬਿਦ ਬਹੁਤ ਕਰੇ ਜਬ ਤਿਨੈ, ਗੁਰ ਪੈ ਸਿੱਖਿਆਨ ਕਿੰਨੀ ਬਣਾਏ। ਇੱਕ ਦਿਨ ਘੜੇ ਭੰਨੇ, 2 ਦਿਨ ਤੋੜੇ, ਕਈ ਦਿਨ ਜਦੋਂ ਇਸੇ ਤਰ੍ਹਾਂ ਲੰਘ ਗਏ ਕਿ ਸਿੱਖ ਪਾਣੀ ਭਰਨ ਜਾਂਦੇ ਨੇ, ਉਹਨਾਂ ਵਿੱਚੋਂ ਕਈ ਘੜੇ ਇਹ ਗਲੇਲਾ ਮਾਰ ਕੇ ਤੋੜ ਦਿੰਦੇ ਨੇ। ਸਿੱਖਾਂ ਨੇ ਧੰਨ ਗੁਰੂ ਅਮਰਦਾਸ ਮਹਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ। ਸਿੱਖਣ ਸੁਤ ਘਟ ਤੋਰੈ ਪੂਰਨ, ਜਲ ਕੋ ਜਬ ਕਰ ਲਿਆਵੋ ਪੂਰਨ। ਸਿੱਖ ਕਹਿੰਦੇ ਨੇ ਹੇ ਸਤਿਗੁਰੂ ਜੀ, ਇੱਥੇ ਨਗਰ ਵਿੱਚ ਕੁਝ ਸਿੱਖਾਂ ਦੇ ਘਰ ਨੇ ਤੇ ਉਹਨਾਂ ਦੇ ਜਿਹੜੇ ਕੁਝ ਮੁੰਡੇ ਨੇ, ਜਦੋਂ ਅਸੀਂ ਪਾਣੀ ਭਰ ਕੇ ਲਿਆਉਂਦੇ ਹਾਂ ਉਹ ਪਾਣੀ ਨੂੰ ਉਹਨਾਂ ਘੜਿਆਂ ਨੂੰ ਗਲੇਲਾਂ ਦੇ ਨਿਸ਼ਾਨੇ ਮਾਰਦੇ ਨੇ, ਗਲੇਲਾ ਮਾਰ ਮਾਰ ਕੇ ਤੋੜ ਦਿੰਦੇ ਨੇ। ਪਾਣੀ ਵੀ ਪੂਰਾ ਨਹੀਂ ਹੁੰਦਾ, ਬੜਾ ਔਖਾ ਹੁੰਦਾ ਹੈ। ਤਬ ਕਰਨਾ ਕਰ ਬੋਲੇ ਬਾਣੀ, ਮਸ਼ਕਾਂ ਵੇਚ ਲਿਆ ਉਹ ਪਾਣੀ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਘਰ ਕਹਿੰਦੇ ਭਾਈ ਕੋਈ ਗੱਲ ਨਹੀਂ, ਜੋ ਘੜੇ ਤੋੜ ਦਿੰਦੇ ਨੇ ਤੁਸੀਂ ਮੁਸ਼ਕਾਂ ਦੇ ਵਿੱਚ ਪਾਣੀ ਭਰ ਲਿਆ ਕਰੋ, ਮੁਸ਼ਕਾਂ ਖਰੀਦ ਲਓ। ਔਰ ਮੁਸ਼ਕਾਂ ਆਪ ਜੀ ਜਾਣਦੇ ਹੋ ਕਿ ਉਹ ਜਾਂ ਤਾਂ ਚਮੜੇ ਦੀਆਂ ਬਣੀਆਂ ਹੁੰਦੀਆਂ ਸਨ ਜਾਂ ਫਿਰ ਮਜ਼ਬੂਤ ਰਬੜ ਦੀਆਂ, ਕਿ ਇਹਨਾਂ ਵਿੱਚ ਪਾਣੀ ਭਰ ਲਿਆ ਕਰੋ, ਗਲੇਲਾਂ ਨਾਲ ਇਹ ਨਹੀਂ ਟੁੱਟਦੀਆਂ। ਮਾਨ ਬਚਨ ਤਿਉ ਹੀ ਤਿਨ ਕੀਨੀ, ਜਲ ਭਰਬੋ ਕੋ ਮਸਕੈ ਲੈਨੀ। ਗੁਰੂ ਸਾਹਿਬ ਦੇ ਬਚਨ, ਗੁਰੂ ਕੇ ਸਿੱਖਾਂ ਨੇ ਤਾਂ 7 ਬਚਨ ਕਰਕੇ ਮੰਨਣੇ ਸਨ ਕਿ ਸਤਿਗੁਰੂ ਜੀ 7 ਬਚਨ। ਉਹਨਾਂ ਸਿੱਖਾਂ ਦੇ ਮੁੰਡਿਆਂ ਨੂੰ ਕੁਝ ਨਹੀਂ ਕਹਿਣਾ, ਤੁਸੀਂ ਮੁਸ਼ਕਾਂ ਲਾਏ, ਉਹ ਮਸ਼ਕਾਂ ਗੁਰੂ ਕੇ ਸਿੱਖ ਖਰੀਦ ਲੈ ਕੇ ਇਹਨਾਂ 'ਚ ਪਾਣੀ ਭਰ ਕੇ ਲਿਆਵਾਂਗੇ। ਤਬ ਬਾਰਕ ਕਰ ਧਾਰਕ ਮੰਨੈ, ਤੀਰ ਮਾਰ ਫਾਰੈ ਅਭਿਬੰਨੈ। ਉਹ ਸਿੱਖਾਂ ਦੇ ਬੱਚਿਆਂ ਨੇ ਜਦੋਂ ਦੇਖਿਆ ਕਿ ਅੱਜ ਤੇ ਮਸ਼ਕਾਂ ਲੈ ਆਏ ਨੇ, ਗਲੇਲਾਂ ਨਾਲ ਬੰਨਣਾ ਕੁਝ ਨਹੀਂ, 1-2 ਦਿਨ ਤੇ ਲੰਘੇ ਠੀਕ ਠਾਕ, ਪਰ ਉਹਨਾਂ ਮੁੰਡਿਆਂ ਨੇ ਫਿਰ ਤੀਰ ਕਮਾਨ ਲੈ ਆਉਂਦੇ ਕਿ ਮਸ਼ਕਾਂ ਤੀਰਾਂ ਦੇ ਵਿੱਚੋਂ ਤਾਂ ਨਹੀਂ ਨਾ ਬਚ ਜਾਣਗੀਆਂ। ਪੁਨ ਸਿੱਖਣ ਗੁਰ ਕੇਰ ਦੋਹੂ ਹਦੂਰਾ, ਸਗਲ ਬ੍ਰਿਤਾਂਤ ਬਖਾਨਿਓ ਧੂਰਾ। 2-4 ਦਿਨ ਠੀਕ ਠਾਕ ਲੰਘੇ। ਹੁਣ ਉਹ ਮਸ਼ਕਾਂ ਦੇ ਵਿੱਚ ਵੀ ਜਿਹੜੇ ਨੇ ਨਿਸ਼ਾਨੇ ਮਾਰਦੇ ਨੇ, ਤੀਰ ਵਿੱਚ ਵੱਜਦੇ ਨੇ, ਮੋਰੀਆਂ ਹੋ ਜਾਂਦੀਆਂ, ਪਾਣੀ ਫਿਰ ਡੁੱਲਦਾ ਹੈ। ਗੁਰੂ ਕੇ ਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਫਿਰ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਮਸ਼ਕੈ ਭਾਰਤ ਕਸਕੈ ਤੀਰਨ, ਬਸ ਨਹਿ ਚਲਤ ਕਰਤ ਅਬ ਗੀਰਨ। ਸਤਿਗੁਰੂ ਜੀ ਹੁਣ ਉਹਨਾਂ ਸਿੱਖਾਂ ਦੇ ਮੁੰਡਿਆਂ ਨੇ ਤੀਰ ਕਮਾਨ ਲੈ ਆਉਂਦੇ ਨੇ, ਉਹ ਤੀਰ ਨਿਸ਼ਾਨਾ ਬੰਨ੍ਹ ਕੇ ਮਾਰਦੇ ਨੇ, ਮਸ਼ਕਾਂ ਦੇ ਵਿੱਚੋਂ ਆਰ ਪਾਰ ਹੀ ਹੋ ਜਾਂਦੇ ਨੇ ਤੇ ਇਹਨਾਂ ਦੇ ਸਾਹਮਣੇ ਵੱਸ ਵੀ ਕੋਈ ਨਹੀਂ ਚੱਲਦਾ, ਕਿਉਂਕਿ ਗਿਣਤੀ ਵਿੱਚ ਵੀ ਵਾਹਵਾ ਹੁੰਦੇ ਨੇ, ਹੱਥਾਂ ਵਿੱਚ ਸ਼ਸਤਰ ਵੀ ਹਥਿਆਰ ਵੀ ਫੜੇ ਹੁੰਦੇ ਨੇ। ਤਬ ਮੁਖ ਚੰਦ ਬਚਨ ਪ੍ਰਕਾਸ਼ੇ, ਗਾਗਰ ਮੈਂ ਜਲ ਲਿਆਓ ਹੁਲਾਸੇ। ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦੂਸਰੀ ਵਾਰ ਵੀ ਉਹਨਾਂ ਨੂੰ ਖਿਮਾ ਹੀ ਕੀਤਾ
कि भाई कलेश नहीं करना, कोई गल नहीं, जे मशकां नाल गल नहीं बनती तो गागरा लै जाया करो, क्योंकि स्टील के गागर होवे, पित्तल के गागर होवे, इहदे विचों तां तेल नहीं ना पार हुंदा, तुसीं गागरा लै जाया करो। सत भाक कीने तिन तैसे, कहे मुकंद आनंदत जैसे। गुरु के सिखा ने तीसरी बार भी सत बचन करके गुरु साहब का मन्निया, मशकर रख दित्तियां, गागरा चुक लिया, स्टील दी पित्तल दी ज़्यादा होंदी सन उन्हां दिनां च, ते गागरां दे विच पानी लियाउणा शुरू किया। पर उदों उन्होंने उधरों वेख्या कि हुण तीर काम नहीं करते। वह बालक घट इंटन भन, जुलमी करे दुष्ट अभिमान। हंकारी बड़े सन, क्योंकि एक हुंदा ना साडे सरकारी दरबारे बड़ी चलदी, तो बड़ी चलदी होवे विच हंकार ना होवे तो फिर गल जी बनदी नहीं ना। बस इस हंकार दे विच कि अकबर बादशाह नाल साडी सीधी गल है, तुसीं लियाओ तुहाडियां गागरा भी भन्नांगे। गागरा जे तीरां नाल नहीं कुछ बनिया तो फिर इन्होंने इट्टां चुक लिया, वगा के इट्टां मारते ने, जाते गागर सिर तो थले डिग जाती है। इट्टां कई बार गुरु के सिखां नूं वजदियां भी ने, तो ये नहीं परवाह करते कि इट वजदी तो वज जे। मात तात तिनके नह हूरै, होत प्रसन्न निहार बहुरै। ते कली मंडीर ही नहीं, कहते सियाणे बैणे इन्हां दे माँ प्यो भी इन्हां नूं रोकदे नहीं, रोकण दे बजाय सगों इन्हां नूं वेखदे ने कि जदों इट्टां मार के गागरां नूं थल्ले सुੱਟਦੇ ने जां विंगियां टेढ़ियां हो जांदियां ने, पानी फिर भी डुलदा है। वो जिहड़े माँ प्यो ने हत्थ ते ताड़ियां मार मार के हੱਸਦੇ ने कि बड़ा निशाना मारिया, खुश हुंदे ने, रोकदे नहीं। पुन अमरदास करे सब संगत, पुन अरदास करे सब संगत। गागरन तोरै बालक पंगत। हुण सारी संगत ने फिर अरदास की, कहे सतगुरु जी हुण की करिए। ये तो गागरा भी नहीं भर के लियाउण दिंदे, गागरा नूं इट्टां मार के थल्ले सुੱਟਦੇ ने, भन्नदे ने गागरा नूं। भावें भजदियां तो नहीं, पर गागरां दे नाल नाल वो जिहड़ियां इट्टां ने, रोड़े ने, वो सिखां नूं वजदे ने, सानूं भी वजदे ने। इन्हां दा कोई इलाज करो। सुन तूषण करना कर होए, उतरना है दयो तब कोए। ये सुन के सतगुरु धन गुरु अमरदास सच्चे पातशाह जी फिर चुप हो गए, बिल्कुल खामोश हो गए, कोई उत्तर नहीं दिता। क्योंकि सतगुरु सबना का भड़ा बनाएगा, 3 मौके तो दे दिते ने, पर हुण सिखां नूं की कहे कि हुण की ले आओ। गुरु साहब ने जवाब नहीं दिता। और देखो, गुरु के प्यारिਆਂ नूं कोई तंग करे और गुरु के प्यारे, रब के प्यारे जे खामोश हो जाए, चुप हो जाए, तो उन्हां दे खामोशी दे विचों बड़ा कुछ निकलता है। ये तो समर्थ गुरु ने कहा। भाई सुथरे ने 4 को लैना लिखिया सन, और एक व्यंग के रूप में, साखी रूप में लिखिया सन कि इस तरह का रब के नाल जुड़िया होया कोई फकीर गली च तुरिया जाए, और गली विचों जदों तुरिया जाता, चबारे ते एक अमीर औरत, इस तरह की घमंडी औरत जिहड़ा पान खा रही है, और पान खा के उत्ते थुक दिता उस साधु ने। तो सुभावक के सिर के उत्ते कुछ आया हो तो कोई बंदा उत्ते वेखदे की आया है, वो साधु बोलिया कुछ नहीं, सिर्फ उत्ते वेख्या कि उत्तों सिर ते डिग्गिया की है। उस औरत ने घमंड इन्ना से कि कोई फकीर पाटे हुए कपड़े वाला मंगता मेरे चपारे वाले अख भर के उत्ते वेख जाती, हिम्मत किवें हुई। उवें दा लाइन लग उनका पति सी कि तेरे इस चौधर का लाभ की कि जे एक मंगता भी तेरी जनानी नूं अख भर के वेख जाए, उत्ते वेख जाए, भावें उन्हें कुछ नहीं कहा, उन्हें पूछा भी नहीं कि कीता, बोली नहीं, वो चुप करके निकल गया।
पर इस औरत का पति पिछों दे आया, गुस्से दे विच डंडा लैके आया। कुछ ने पूछा कि तू क्यों वेख्या, की गल है, की बात है, पिछों आके सिर दे विच डंडा मारिया। और इस साधु ने सिर दे विच हथ ला के देखा कि खून सिर दे विचों निकल रहा है। बोलिया फिर कुछ नहीं, चक्कर च आए बैठ गया है। साधु बिल्कुल कुछ नहीं बोलिया कि तू कौन है भाई, क्यों डंडा मारिया है। पर किते न किते उस रब नूं जरूर कह रहे सी कि रब्बा ये भी तेरे बंदा है, वो लांभा नहीं दिता कि दुनिया दे विच इवें दे भी बनाए है, तो तू भी इन्हां दे विच ही। हुण कुदरत की खेड ऐसी हुई कि वो साधु दे चुप ने। वो तो बड़ा खुश हो के गया घर कि मैं बड़ी बहादरी करके आया, साधु का सिर पाड़ आया। पर जदों पौड़े ते चढ़िया उत्ते, तो उतले पौड़े ते उतरले डंडे के उत्ते रखे अपने पैर, डंडा ऐसा टुटिया उत्तों कि उत्तों चबारे तो थले डिग्या, तो डिगदे नाल जिहड़ा सिर सी खरबूजे तरफ फिस गया, भज गया। हुण औरत ने देखा कि पति डिग्या है, तो डिगे ही नहीं, सिर दे विच कुछ बचे ही नहीं। तड़पदे होए नूं उत्थे छड्ड के इन्ने को सुझ गए कि हो सकदा ये साधु किते रब दे प्यारा होवे। पति नूं ने संभालिया, भज के उस साधु दे कोल गई कि फकीर बाबा मेरे ते दया कर, मेरे तो गलती हो गई। हुण फकीर उत्थे पहली वारी बोलिया, कहंदे बीबी भैणे तू है कौन पई, तेरे तो गलती की होगी। क्योंकि फकीर नूं तो पता ही नहीं कि बीबी उही है। हुण वो कहंदे कि मेरे पति ने आकर तेरे सिर 'च डंडा मारिया सी, पौड़ियां तो डिग्या तो मरण दे कंढे पिया कि पता नहीं हुण साह चलदे ने कि खत्म हो गई। फिर फकीर जिहड़ा मुस्कराया, कहंदा भैणे फिर तेरा मेरा तो झगड़े कोई नहीं, ना तेरे पति नूं मैं कुछ कहा तो ना तेनों कुछ कहा, ये तो झगड़ा ही मालका मालकां दा है। वो तो भाई सुथरा जी ने वो लैना लिखी ने कि तेरे यार को तेरा ख्याल आ गया, मेरे यार को भी मेरा ख्याल आ गया। कहता तेरा यार था थोड़े बल वाला, वो आया छट पटा गया। तेरा यार आया वो डंडा लगा गया, और मेरा यार आया वो लेखा मुका गया। उन्हें हिसाब भी पूरा कर दिता, करना तो सी, इत्थे नहीं तो अगे जाके होना सी। ये तो मालका का हिसाब है, वो मालक ने आपे पूरा कर लेना है। इत्थे तो फिर समर्थ गुरु ने, गुरु के प्यारे नूं इस तरह जिहड़े तंग करते हैं, धन गुरु अमरदास जी चुप होए ने, तो फिर उन्हां नाल खेड इवें दे अगे वापरनी की बनता है। गुरु साहब जी नहीं बोले, कोई उत्तर नहीं दिता। तहां तबे सन्यासी आए, बालन तैसे कीने जाए। कहते उस दिन कुछ उत्ते सन्यासी आए, जिहड़े पुगे हुए जोगी ने, वो आए। उन्होंने भी कोई उन्होंने विचों कोई घड़ा भर के लिया, जब वो हाथ में रखते होंगे सन गड़वे जो वो भर के लिया। उन्होंने बालकों ने उस तरह किया जी। उन्होंने भी किसी ते गलेला मारिया, किसी ते तीर मारिया। नीर पूर जब लियावै को, तोर देत बिन बेर न सूह। वो सन्यासी एक दो दिन गोविंदवाल साहब उत्थे रुके, तो उन्होंने जिहड़ा भी कोई पानी भर के लिया से उस तरह बिना किसी देर तो, बिना किसी विचार सोच तो उन्होंने घड़े नूं पट देंदे सन। लाग्यो तां भुलेला जाए, निकस्यो नैन महंत तदाई। कहते अचानक उन्होंने जिहड़ा वड्डा महंत है जां वड्डा जोगी, उन्होंने मुखी कह दी कि वो अपनी कुटिया विचों बाहर निकलिया कि एक कौन ने गलेले मारने वाले। उधरों उन्होंने गलेले का निशाना मारिया, अपने उन्होंने भावें घड़ा ही तोड़िया सी, पर परवाह थोड़ी करते सन जिथे मर्जी बजे। इस महंत के जाके अख विच लग्या, इहदा एक डेला जिहड़ा अख दा बाहर ही आ गया। शस्त्र पकड़े कर केते मारे, केते चीरे केते फारे। हुण सन्यासी एक गुरु अमरदास जी वर्गे थोड़े सन कि भलाई करना है, शांति रखनी है, कि साडे मुखी दे तुसीं अख कढ़ दित्ती। कहंदे इन्होंने किरपाना कढ़ लिया,
ਇਹਨਾਂ ਨੇ ਆਪਣੇ ਵੱਡੇ ਵੱਡੇ ਡੰਡੇ ਰੱਖਦੇ ਸਨ, ਉਹ ਚੁੱਕ ਲਏ। ਕਈਆਂ ਨੂੰ ਇਹਨਾਂ ਨੇ ਵੱਢਿਆ, ਕਈਆਂ ਨੂੰ ਮਾਰਿਆ, ਚੀਰ ਫਾੜ ਕੀਤੀ ਕਿ ਤੁਹਾਨੂੰ ਤਾਂ ਨਜ਼ਾਰਾ ਦੱਸੀਏ ਕਿ ਕਿਵੇਂ ਸਾਡੇ ਸਾਧੂ ਤੇ ਮਹੰਤ ਦਾ ਤੁਸੀਂ ਅੱਖ ਦਾ ਡੇਲਾ ਬਾਹਰ ਕੱਢ ਦਿੱਤਾ ਹੈ। ਤੇ ਸਮੇਂ ਤੁਰਕਣ ਕੋ ਡੇਰਾ ਪਰਿਓ ਆਏ ਪੁਰਕੇ ਚੋ ਫੇਰਾ, ਕਿ ਗੁਰੂ ਦੇ ਪਰਮੇਸ਼ਰ ਦੀ ਲੀਲਾ ਐਸੀ ਸੀ। ਉਸੇ ਵੇਲੇ ਤੁਰਕਾਂ ਦੀ ਫੌਜ ਜਿਹੜੀ ਹੈ ਉਹ ਗੋਬਿੰਦਵਾਲ ਸਾਹਿਬ ਦੇ ਥੋੜ੍ਹੀ ਬਾਹਰ ਆ ਕੇ ਉਹਨਾਂ ਨੇ ਡੇਰਾ ਕੀਤਾ। ਬਾਹਰਲੀ ਸਾਈਡ 'ਤੇ ਖੁੱਲ੍ਹੀ ਥਾਂ 'ਤੇ ਰੁਕੇ। ਦਿੱਲੀ ਤੋਂ ਆਏ ਲਾਹੌਰ ਜਾਂਦੇ ਹੋਣਗੇ, ਪਰ ਜਦੋਂ ਸਾਧੂਆਂ ਦੇ ਨਾਲ ਇਹ ਸਾਰਾ ਕੁਝ ਹੋਇਆ, ਕਹਿੰਦੇ ਉੱਧਰੋਂ ਉਹ ਡੇਰਾ ਕਰਦੇ ਪੈਣੇ ਕਿ ਰਾਤ ਰੁਕਣਾ ਹੈ। ਖਚਰਣ ਧਨ ਕੇ ਲੱਦੀ ਅਨੇਕਾਂ, ਉਤਰੇ ਆਏ ਰਹਿਣ ਕਰ ਟੇਕਾ। ਉਹਨਾਂ ਕੋਲ ਬਹੁਤ ਸਾਰੀਆਂ ਖੱਚਰਾਂ ਸਨ ਔਰ ਉਹ ਮੋਹਰਾਂ ਦੇ ਨਾਲ ਧਨ ਰੁਪਈਏ ਪੈਸੇ ਦੇ ਨਾਲ ਭਰੀਆਂ ਹੋਈਆਂ ਸਨ, ਲੱਦੀਆਂ ਹੋਈਆਂ, ਸਰਕਾਰੀ ਖਜ਼ਾਨਾ ਸੀ ਕਹਿ ਲਈਏ। ਉਹਨਾਂ ਨੇ ਆ ਕੇ ਰਾਤ ਉੱਥੇ ਡੇਰਾ ਕੀਤਾ। ਰਾਤ ਨਿਕਲ ਗਈ। ਪ੍ਰਤ ਕਾਲ ਚਲਬੋ ਤਿਨ ਕੀਨੋ, ਆਂਦੀ ਆਏ ਪ੍ਰਲੈ ਸੀ ਚੀਨੋ। ਅਗਲੇ ਦਿਨ ਸਵੇਰੇ ਸਵੇਰੇ ਇਹਨਾਂ ਨੇ ਜਿਹੜੀ ਸ਼ਾਹੀ ਫੌਜ ਸੀ ਅੱਗੇ ਚੱਲਣ ਵਾਸਤੇ ਤਿਆਰੀ ਕੀਤੀ। ਉੱਧਰੋਂ ਸਵੇਰ ਦਾ ਹੀ ਸਮਾਂ ਸੀ ਕਿ ਜਦੋਂ ਮਹੰਤ ਦਾ ਅੱਖ ਬਾਹਰ ਨਿਕਲੀ, ਉਹਨਾਂ ਨੇ ਵੱਢ ਟੋਕ ਕਰ ਦਿੱਤੀ। ਐਸੇ ਹਨੇਰੀ ਚੱਲੀ ਜਿਵੇਂ ਪਰਲੂ ਆ ਗਈ ਹੋਵੇ। ਔਰ ਜਦੋਂ ਹਨੇਰੀ ਚੱਲਦੀ ਸੀ, ਅੱਜ ਵੀ ਤੁਸੀਂ ਵੇਖਦੇ ਹੋ ਮਿੱਟੀ ਘੱਟਾ ਕਿੰਨਾ, ਉਦੋਂ ਤਾਂ ਰਸਤੇ ਕੱਚੇ ਹੁੰਦੇ ਸਨ। ਆਪਣੋ ਪਰੋ ਨਾ ਦੇਖਿਓ ਜਾਈ, ਜਨ ਸਕਲੇ ਪੇ ਅੰਧ ਤਥਾਈ। ਇੰਨੀ ਮਿੱਟੀ ਉੱਡੀ, ਇੰਨੀ ਤੇਜ਼ ਹਨੇਰੀ ਚੱਲੀ, ਨਾ ਆਪਣੇ ਦਾ ਪਤਾ ਲੱਗੇ ਨਾ ਪਰਾਏ ਦਾ ਪਤਾ ਲੱਗੇ। ਬਸ ਇਸ ਤਰ੍ਹਾਂ ਜਿਵੇਂ ਸਾਰੇ ਅੰਨੇ ਹੋ ਗਏ। ਇੰਨੀ ਹਨੇਰੀ 'ਚ ਕਿਹੜਾ ਪਤਾ ਲੱਗਦਾ, ਦਿਸਦਾ ਸੀ ਕੁਛ। ਬਾਏ ਲਾਗ ਗਿਰ ਹੈ ਨਰ ਘੂਰੇ, ਖੱਚਰ ਭਾਜੇ ਤਬ ਪੁਰੇ ਉਰੇ। ਐਡੀ ਹਵਾ ਤੇਜ਼ ਸੀ ਕਿ ਘੋੜਿਆਂ ਦੇ ਉੱਤੇ ਬੈਠੇ ਹੋਏ ਬੰਦੇ ਜਿਹੜੇ ਹਵਾ ਦੇ ਉਸ ਤੇਜ਼ ਨੂੰ ਝੱਲ ਨਹੀਂ ਸਕੇ, ਘੋੜਿਆਂ ਤੋਂ ਥੱਲੇ ਜਾ ਪਏ। ਹਵਾ ਜਿਹੜੀ ਘੋੜਿਆਂ ਨੂੰ ਕਈਆਂ ਨੂੰ ਥੱਲੇ ਸੁੱਟਿਆ। ਤੇ ਜਿਹੜੀਆਂ ਖੱਚਰਾਂ ਲੱਦੀਆਂ ਹੋਈਆਂ ਸਨ ਧਨ ਨਾਲ, ਹਨੇਰੀ ਤੇ ਅੱਗੇ ਉਹ ਵੀ ਨਹੀਂ ਟਿਕੀਆਂ, ਉਹ ਵੀ ਬਸ ਜਿੱਧਰ ਨੂੰ ਹਨੇਰੀ ਧੱਕ ਕੇ ਲੈ ਗਈ, ਉਹ ਖੱਚਰਾਂ ਵੀ ਉੱਧਰ ਨੂੰ ਤੁਰਦੀਆਂ ਗਈਆਂ। ਉਹ ਗੋਬਿੰਦਵਾਲ ਸਾਹਿਬ ਆ ਕੇ ਨਗਰ ਦੇ ਵਿੱਚ ਵੜ ਗਈਆਂ ਜੀ। ਬਰੇ ਜਾਏ ਤਿਨ ਤੁਰਕਣ ਧਾਮਾ, ਗੁਰਸੋ ਕਰਤ ਵਿਰੋਧ ਜੇ ਕ੍ਰਮ। ਉਹ ਖੱਚਰਾਂ ਜਿਹੜੀਆਂ ਨੇ ਉਹਨਾਂ ਹੀ ਘਰਾਂ ਦੇ ਵਿੱਚ ਜਿਹੜੇ ਤੁਰਕ ਨੇ, ਇਹ ਸ਼ੇਖ ਨੇ, ਜਿਹੜੇ ਗੁਰੂ ਘਰ ਦੇ ਨਾਲ ਈਰਖਾ ਰੱਖਣ ਵਾਲੇ ਨੇ, ਉਹਨਾਂ ਦੇ ਘਰਾਂ ਵਿੱਚ ਜਾ ਕੇ ਵੜ ਗਈਆਂ ਜੀ। ਤਾਤ ਕਾਲ ਤਿਨ ਅੰਤਰ ਪਾਏ, ਖੁਰਾ ਖੋਜ ਜਾਨੋ ਨਹਿ ਜਾਏ। ਹੁਣ ਇਹਨਾਂ ਸਿੱਖਾਂ ਨੇ ਜਦੋਂ ਦੇਖਿਆ ਕਿ ਖੱਚਰਾਂ ਨੇ, ਤੇ ਖੱਚਰਾਂ ਦੇ ਉੱਤੇ ਲੱਦਿਆ ਵੀ ਬੜਾ ਕੁਛ ਹੈ, ਕਿ ਉਹਨਾਂ ਨੂੰ ਮਾੜਾ ਜਿਹਾ ਦੇਖਿਆ ਤੇ ਧਨ ਹੈ, ਕਿਤੇ ਰੁਪਈਆ ਪੈਸਾ, ਕਿਤੇ ਸੋਨਾ ਚਾਂਦੀ। ਉਹ ਖੱਚਰਾਂ ਉਹਨਾਂ ਨੇ ਇੱਕ ਇੱਕ ਆਪੋ ਆਪਣੇ ਘਰਾਂ ਦੇ ਅੰਦਰ ਲੁਕੋ ਲਈ। ਤੇ ਖੁਰਾ ਤੋਂ ਕਿੱਥੋਂ ਲੱਭਣਾ ਸੀ? ਇੰਨੀ ਹਨੇਰੀ ਚੱਲਦੀ ਸੀ, ਮਿੱਟੀ ਦੇ ਵਿੱਚ ਕਿਹੜੇ ਪੈਰ ਲੱਭਣੇ ਸਨ। ਜਿਹੜੇ ਸ਼ਾਹੀ ਫੌਜ ਹੈ ਉਹਨਾਂ ਖੱਚਰਾਂ ਨੂੰ ਲੱਭਦੀ ਫਿਰੇ ਜਦੋਂ ਕਿਤੇ ਥੋੜ੍ਹੀ ਜਿਹੀ ਹਨੇਰੀ ਘੱਟ ਹੋਈ। ਆਂਦੇ ਹਟੇ ਭਇਓ ਉਜਿਆਰਾ, ਖੱਚਰ ਦੇਖਣ ਲੱਗੇ ਅਪਾਰਾ। ਹਨੇਰੀ ਹਟੀ, ਫੌਜਾਂ ਸਾਰੀਆਂ ਲੱਭਣ ਲੱਗੇ ਕਿ ਦੇਖੋ ਖੱਚਰਾਂ ਕਿੱਧਰ ਗਈਆਂ, ਕਿਉਂਕਿ ਇਕੱਲੀ ਖੱਚਰਾਂ ਦੀ ਗੱਲ ਨਹੀਂ ਸੀ, ਉੱਤੇ ਲੱਦਿਆ ਬੜਾ ਕੁਛ ਸੀ। ਟੋਲ ਟੋਲ ਬੋਹ ਰਹੇ ਨਾ ਪਾਏ, ਹੋਏ ਨਿਰਾਸ਼ ਜਬ ਚੱਲੇ ਮੁਰਾਈ। ਉਹਨਾਂ ਸਾਰੇ ਨਗਰ ਦੇ ਵਿੱਚ ਵੀ ਦੇਖਿਆ, ਗਲੀਆਂ 'ਚ ਵੀ ਦੇਖਿਆ, ਤੇ ਸਮਝ ਨਾ ਆਵੇ ਕਿ ਖੱਚਰਾਂ ਗਈਆਂ ਕਿੱਧਰ। ਲੱਭ ਲੱਭ ਕੇ ਜਦੋਂ ਹਾਰ ਕੇ ਥੱਕ ਗਏ, ਗੋਬਿੰਦਵਾਲ ਸਾਹਿਬ ਤੋਂ ਬਾਹਰ ਨੂੰ ਜਾਣ ਲੱਗੇ, ਕਿਤੇ ਬਾਹਰ ਦੂਰ ਦੇਖੀਏ, ਜਿਹੜੇ ਰਸਤੇ ਤੋਂ ਹਮੇਸ਼ਾ ਕਿਤੇ ਵਾਪਸ ਨਾ ਚਲੀਆਂ ਗਈਆਂ ਹੁਣ। ਜਦੋਂ ਨਗਰ ਤੋਂ ਬਾਹਰ ਨਿਕਲ ਲੱਗੇ, ਟੋਲ ਗ੍ਰਹਿ ਅੰਤਰ ਖੱਚਰ ਤਬ ਬੋਲੇ, ਬਰੇ ਸਿਪਾਹੇ ਲੇਨਸ ਖੋਲੇ। ਹੁਣ ਖੱਚਰਾਂ ਦੀ ਆਦਤ ਹੈ ਕਿ ਉਹ ਜਾਣੇ ਲੱਗੇ ਸਨ ਕਿ ਇੱਥੇ ਕੋਈ ਨਾ ਇੱਕ ਖੱਚਰ ਅੰਦਰੋਂ ਹਿਣਕ ਪਈ, ਬੋਲ ਪਈ, ਔਰ ਖੱਚਰ ਦੀ ਆਵਾਜ਼ ਇਹਨਾਂ ਸਿਪਾਹੀਆਂ ਦੇ ਕੰਨਾਂ 'ਚ ਪੈ ਗਈ। ਆਵਾਜ਼ ਸੁਣ ਕੇ ਉਹਨਾਂ ਸਿੱਖਾਂ ਦੇ ਘਰਾਂ ਵਿੱਚ ਗਏ ਕਿ ਇਹ ਖੱਚਰ ਇੱਥੇ ਕਿਵੇਂ?
जपत करो घर बाहर तिनको, गुरसो बैर हो तो थो जिनको। जाके जदों देखा कि खच्चरां इन्हां ने कलियां इन्हां दे घरां दे विच वड़ियां नहीं, खच्चरां दे उत्तों वो खुरजियां भी लाइया ने, धन एक पासे रखा हुआ है, खच्चरां इन्हां ने बन लई होईयां ने कि सरकारी खजाना इन्हां ने एक तरह के नाल भावें खच्चरां अपने आप आईयां होने ते डाका ही बनता, लुट बनती है कि असीं डब भी रहे हाँ, इन्हां ने लुको के रखियां, दस्सिया भी कुछ नहीं। जिन्ने उन्हां तुरकां दे घर सन वो नाले सिखां दे घर जब्त किते, नाले अपना अपना वो जिहड़ा खच्चरां सन समान सी वो लिया। केतक फांसे देन उठाए, केतक के तब पद उतराए। और जिन्ने सिखां दे मुंडे सन, के बूढ़े सन, बुढ़ियां सन, बीबियां सन, सारे नूं फड़ के लै गए कि खजाना तुसीं लुकोया है, ये सरकारी खजाना है, नवाब दे कोल चलो, जे छड्डेगा तो छड्ड देगा। और नवाब नूं जदों पता लग्या कि सरकारी खजाना इन्हां ने जब्त किया, उन्होंने नहीं देखा कि मुसलमान ने या शेख ने या कौम ने। नवाब ने हुक्म दे दिता हुणे फांसी टंगो। कईयां नूं तो फांसी दे के मारिया, कईयां नूं गोलियां मार के मार दिता, कईयां जिहड़े बूढ़े सन उन्होंने डरावा दे के भेज दिता कि इन्हां घरां दे विच जाके दोबारे वड़े ते दोबारे आवांगे फिर मारांगे। ये कहने कि उन्होंने घर सारे उजड़ गए, खाली हो गए। गुर पै सिखण कहीं संपूर्ण, सुन गुर कहत भय तब तूरण। हुण ये गल गुरु के सिखां नूं पता लगी कि सिखां दे वो मुंडे जिहड़े सिखां दे नाल इन्ना वैर करते सन, गलेले तीर मारते सन, इट्टां मारते सन, वो मारे गए ने। शाही खजाने के लुट्टण के निजाम में उन्होंने मार दिता गया है। उन्होंने जाके छेती धन गुरु अमरदास जी ने दसिया, कई मेरे वर्गे विचों खुश भी होणगे। एक संत पै सिख सो बोलियो, सो सुणो तार ध्यान अमोलियो। पर धन गुरु अमरदास सच्चे पातशाह जी जिहड़े सदा ही एक रस रहिंदे ने कि सिखां दे अंदर किते इस गल की खुशी ना, जे कोई मारिया गया है, होया तो माड़ा है। सतगुरु जी ने उत्थे एक छोटी जी साखी सुनाई, कहते सिखो सुनो, कोई एक संत सी, रब दे नाल जुड़िया होया, बड़िया ध्यान दे विच रहिंदा सी। और ये गल भी ध्यान दे नाल कहते सुनियो कि उनके जिहड़े चेले सन, चेलियां ने अपने उस संत नूं, उस्ताद नूं जां गुरु कह लीए, उन्होंने सवाल किया, जे काहू को बुरा करावै तो क्या करे, कहो सुख दावै। कि संत जी जे कोई किसी का बुरा करे या साडा ही बुरा करे तो सानू अगों की करना चाहिए है, उनका जवाब देना चाहिए है, तो किस ढंग नाल करना चाहिए या की करना चाहिए, सानू समझाओ। भला करे जो बुरा करावै, बदला लेवण ते हट जावै। सतगुरु कहते हैं उस साधु ने दसिया, हुण साधु तो गुरु साहब जी आप ही ने समझा आप ही रहे ने, भावें चलो साधु की कहानी रूप में सुना दिता कि सिखो वो अपने चेलियां नूं कहता है, सब तो पहली गल जे कोई बुरा करे तो बदला लैण की भावना अपने अंदर कदे नहीं रखनी। पर साडे अंदरों बदकिस्मती यह है कि वो भावना जाती भी नहीं, बदला लैण की भावना नहीं रखनी। भला करे जो बुरा करावे, कोई बुरा भी करे तो उनका भला ही मंगना चाहिए है। और बाबा फरीद जी ने पावन वचन कहे ने कि फरीदा बुरे दा भला कर, गुस्सा मन ना हंडाए। तो जे बाबा फरीद जी को आप सवाल करनी कि बाबा जी साडा कोई बुरा करे, असीं उनका भला मंगीए, क्योंकि साडी अरदास विच ते अरदास संपूर्ण उदों ही होंदी है ना, उदों ही होंदी है जदों कहा जाता कि नानक नाम चढ़दी कला।
तेरे भाणे सरबत का भला, जे सरबत का भला मंगीए तो असं बुरा मंग ही नहीं सकते, विचार आने नहीं चाहिए। बाबा फरीद जी बुरे का भला करिए तो इनका कोई फल मिलता है, कुछ मिलता है। तो धन बाबा फरीद जी कहते हैं भाई कुछ क्यों, तुम कदे करके तो देखो सब कुछ मिलता है। वो पावन वचन आप सब कुछ चेते हैं कि फरीदा बुरे का भला कर, गुस्सा मन ना हंडाए, देह रोग न लग गई, पल्ले सब कुछ पाए, कहते सब कुछ मिलेगा, तन रोगी नहीं होएगा। क्योंकि जिहड़ा क्रोध है बदले की भावना तन को रोगी करता है। और सतगुरु जी ने बाबत बड़े वचन कहे ने, काम क्रोध काया को गढ़ है, शरीर को गाल के रख देंदा क्रोध। और बाबा फरीद जी कहते भाई ये भावना नहीं रखनी, गुरु साहब जी समझा देते कि भाई बदले की भावना नहीं रखनी। कोई बुरा करता तो जिन्ना हो सके उसका भला ही करना चाहिए। फिर करें तो कर है तो भले आए वो दुख भर है। सतगुरु जी कहते उनके चेलिया ने फिर पूछे अपने उस संत को कि चलो एक बार किसी ने बुरा किया से भला कर दिया, दोबारे जे फिर करे, फिर कर है तो कहते कर है। अगों संत कहता कोई नहीं, जो करी जे किन्नी बारी करेगा वो करे जे, बुरा करी जे वो अपना सुभाव नहीं छड्डदा, तो तुसीं अपना सुभाव नहीं छड्डना, तुसीं भला ही करना है। तो भलाई वो दुख भर है, कहते तुसीं फिर भी भलाई करनी है। करने जोगा रह न सो, आपे ही मर जाए सो। कहते तुसीं बुरा नहीं करना, तुसीं जिन्ना हो सके भला ही करना है। तो इवें दे बुराई करने वाला, बुरा करने वाला कदों तक करेगा, आपे मर खप जाएगा। पर तुसीं बुरा नहीं करना। और ये कुछ उन्हें सिखा दे नाल होया, जैसे करे सो तैसे पावै, गुर स्थान नेम बिरदावै। सतगुरु जी कहते हैं भाई सिखो ये गल चेते रखो, जिवें तो कोई करता है मिलती उवें दी है, पर गुर स्थान नेव बिरदावै, गुरु का घर नीवियां नूं नवाजदा है। इत्थे निमरता ही प्रवान है। इत्थे तो जिवें दा कोई करेगा उवें तुहानूं मिल जाना है। और बाबा फरीद जी ने बड़े वचन कहे ने, भावें एक उन्हां दा श्लोक साझा करके इत्थे अध्याय भी खत्म है। बाबा फरीद जी कहते हैं जो कुछ कोई करता पे मिलता वही कुछ है। कि जे कोई जट ये सोचे मैं किकर बीज के आया, पैली दे विच खेत विच किकर बीज के आया, तो आस ये लावे इनू पानी देंगा, वड्डा होएगा तो अंगूर लग जाएंगे, दाखां लग जाएंगी। और साडे घरां दे सौखे जी उदाहरण है कि जे किकर बीजेगा वो वड्डा होएगा तो उनके तो कंडे ही वजने ने, पैरों 'च ही वजने ने। किकरां नूं कदे अंगूर नहीं लगते। भई जे जहर बीजेगा जहर ही तेनों वड्डना पैना है। और धन गुरु अर्जन देव सच्चे पातशाह जी के पावन वचन ने कि जिहा बीजे सो लूणै, कर्मा संदड़ा खेत। ये शरीर भी तो कर्मा का खेत है ना। तो बाबा फरीद जी कहते हैं कि फरीदा लोड़ै दाख बिजोरियां, किकर बीजै जट, हंडै उन कताए दा, पैंदा लोड़ै पट। सतगुरु धन गुरु अमरदास जी कहते भाई निमरता विच रहना है। इत्थे निमरता नूं ही थां है, निमरता ही प्रवान है। श्री परमेश्वर है समरथ, संतन को राखद दै हथ। और सतगुरु जी कहते हैं अपने उस परमेश्वर ते धन गुरु नानक साहिब जी अकाल पुरख ते भरोसा रखो कि वो समर्थ है। वो जपण वालियां नूं, संत जनां नूं हथ दे के आप रखता है। और अज तो नहीं, सतगुरु जी ने पावन वचन कहे ने, धन गुरु रामदास जी के पावन वचन आप रोज़ ही पढ़ते हैं कि हर जुग जुग भगत उपाया, पैज रखदा आया राम राजे। हर नाक्ष दुष्ट हर मारिया, प्रहलाद तराया। हंकारियां निंदका पिठ दे, नाम देओ मुख लाया। हुण गुरु साहब जी कहते हैं अज तो नहीं,
ਜਦੋਂ ਤੋਂ ਯੁੱਗ ਬਣੇ, ਜਦੋਂ ਦਾ ਮਨੁੱਖ ਬਣਿਆ, ਰੱਬ ਦਾ ਪਰਮੇਸ਼ਰ ਦਾ ਤਾਂ ਸੁਭਾਅ ਹੀ ਐਸਾ, ਉਹ ਰੱਖਦਾ ਹੀ ਹੁੰਦਾ ਹੈ। ਤੁਸੀਂ ਆਪਣੇ ਪਰਮੇਸ਼ਰ ਤੇ ਭਰੋਸਾ ਰੱਖੋ, ਉਹ ਜਪਣ ਵਾਲਿਆਂ ਦੀ ਆਪ ਰੱਖਦਾ ਹੈ। ਜਿਨ ਕੇ ਐਸੇ ਭਇਓ ਗਿਆਨਾ, ਸੇਵੈ ਗੁਰੂ ਭਾਵ ਕਰ ਨਾਨਾ। ਔਰ ਗੁਰੂ ਸਾਹਿਬ ਜੀ ਦੇ ਐਸੇ ਅੰਮ੍ਰਿਤਮਈ ਬਚਨ ਸੁਣ ਕੇ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ, ਜਿਨ੍ਹਾਂ ਨੇ ਇਹਨਾਂ ਬਚਨਾਂ ਵਿੱਚੋਂ ਗਿਆਨ ਹਾਸਲ ਕਰ ਲਿਆ, ਉਹਨਾਂ ਨੂੰ ਪ੍ਰੇਮਾ ਭਗਤੀ ਮਿਲੀ। ਸੇਵੈ ਗੁਰੂ ਭਾਵ ਧਰ ਨਾਨਾ, ਗੁਰੂ ਸਾਹਿਬ ਦਾ ਪਿਆਰ ਰੱਖ ਕੇ ਗੁਰੂ ਸਾਹਿਬ ਦਾ ਸਿਮਰਨ ਉਹ ਕਰਦੇ ਨੇ। ਕਹੇ ਸੰਤੋਖ ਸਿੰਘ ਇਹ ਕਥਾ, ਜਿਨੇ ਸੁਣੀ ਤਿਨ ਕਾਲ ਨ ਮੱਥਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਇਹ ਕਵੀ ਸੰਤੋਖ ਸਿੰਘ ਨੇ ਗੁਰੂ ਸਾਹਿਬ ਦੀ ਕਥਾ ਕਹੀ ਹੈ, ਗੁਰੂ ਇਤਿਹਾਸ ਦੀ ਕਥਾ ਕਹੀ ਹੈ। ਭਈ ਇਸ ਕਥਾ ਨੂੰ ਜਿਹੜਾ ਕਵੇਗਾ, ਜਿਹੜਾ ਪਿਆਰ ਦੇ ਨਾਲ ਸੁਣੇਗਾ, ਕਾਲ ਉਹਨਾਂ ਦੇ ਮੱਥੇ ਕਦੇ ਨਹੀਂ ਲੱਗਦਾ। ਸਰਦਾ ਭਾਵਨਾ ਨਾਲ ਇਤਿਹਾਸ ਕਥਾ ਨੂੰ ਪੜ੍ਹਨ ਵਾਲਾ, ਸੁਣਨ ਵਾਲਾ ਜਮਾਂ ਦੇ ਮੱਥੇ ਨਹੀਂ ਲੱਗਦਾ, ਕਾਲ ਇਹਦੇ ਮੱਥੇ ਨਹੀਂ ਲੱਗਦਾ। ਉੱਥੇ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਪਾਵਨ ਬਚਨ ਵੀ ਕਹੇ ਨੇ ਕਿ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਹੋਏ ਗੁਰੂ ਦੇ ਗਏ ਤੇ ਗੁਰੂ ਲੇਖਾ ਆਪੇ ਸਮਝੇਗਾ ਭਾਈ। ਪਰ ਇਹਦੇ ਵਾਸਤੇ ਸਾਨੂੰ ਇੱਕ ਭਰੋਸਾ, ਪ੍ਰੀਤ ਦੇ ਨਾਲ ਪ੍ਰਤੀਤ ਜਿਹੜੀ ਹੈ ਉਹ ਲਿਆਉਣੀ ਜ਼ਰੂਰੀ ਹੈ। ਪ੍ਰੀਤ ਹੋਵੇ, ਪ੍ਰੀਤ ਦੇ ਨਾਲ ਪ੍ਰਤੀਤ ਹੋਵੇ। ਤੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਕਾਲ ਮੱਥੇ ਨਹੀਂ ਲੱਗਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਧਰਮਰਾਜ ਵੀ ਨਹੀਂ ਲੱਗਦਾ। ਸਤਿਗੁਰੂ ਜੀ ਕਿਰਪਾ ਕਰਨ। ਇੱਥੇ ਅਧਿਆਇ ਦੀ ਵੀ ਸਮਾਪਤੀ ਹੈ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਹੈ, ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।